ਹੈਲੋ ਫਰੈਂਡਸ, ਅਸੀਂ ਪਰਿਮੇਯ ਸੰਖਿਆਵਾਂ ਦੇ ਵਿੱਚ ਟੌਪਿਕ ਤਾਂ ਪਰਿਮੇਯ ਸੰਖਿਆ ਸੀ ਪਰ ਸ਼ੁਰੂ ਕੀਤਾ ਸੀ ਸੰਖਿਆਵਾਂ ਬਾਰੇ। ਆਓ ਆਪਣੀ ਨੌਲੇਜ ਨੂੰ ਟੈਸਟ ਕਰਦੇ ਹਾਂ। ਇੱਥੇ ਸਾਨੂੰ ਕੁਝ ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਸੰਖਿਆਵਾਂ ਨੂੰ ਅਸੀਂ ਪ੍ਰਾਕਿਰਤਿਕ ਸੰਖਿਆਵਾਂ, ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ, ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਇਹਨਾਂ ਦੇ ਵਿੱਚ ਵੰਡ ਕੇ ਦੇਖਦੇ ਹਾਂ ਕਿ ਇਹ ਸੰਖਿਆਵਾਂ ਕਿਹੜੀ ਕੈਟੇਗਰੀ ਵਿੱਚ ਆਉਂਦੀਆਂ ਹਨ। ਸਭ ਤੋਂ ਪਹਿਲਾਂ ਲੱਭਦੇ ਹਾਂ ਪ੍ਰਾਕਿਰਤਿਕ ਸੰਖਿਆਵਾਂ। ਪ੍ਰਾਕਿਰਤਿਕ ਸੰਖਿਆਵਾਂ ਉਹ ਸੰਖਿਆਵਾਂ ਸਨ ਜਿਹੜੀਆਂ ਕਿ ਗਿਣਤੀ ਪ੍ਰਾਕਿਰਤਿਕ ਤੌਰ ਤੇ ਜਿਵੇਂ ਅਸੀਂ ਗਿਣਤੀ ਕਰਦੇ ਹਾਂ, ਕੁਦਰਤੀ ਗਿਣਤੀ ਕਰਦੇ ਹਾਂ 1 2 3 4 5, ਉਹਨਾਂ ਸੰਖਿਆਵਾਂ ਨੂੰ ਪ੍ਰਾਕਿਰਤਿਕ ਸੰਖਿਆਵਾਂ ਕਹਿੰਦੇ ਹਨ। ਜਿਵੇਂ ਕਿ 2 ਪ੍ਰਾਕਿਰਤਿਕ ਹੈ, 0 ਗਿਣਤੀ 0 ਤੋਂ ਸ਼ੁਰੂ ਨਹੀਂ ਹੁੰਦੀ, ਇਹ ਪ੍ਰਾਕਿਰਤਿਕ ਨਹੀਂ ਹੈ। ਮਾਈਨਸ प्राकृतिक नहीं है, वर्गमूल प्राकृतिक नहीं है, 51 गिनती विच आउंदा है, इसलिए यह प्राकृतिक संख्या है। उस तो बाद भिन्ना बटियां विच असीं गिनती नहीं गिनदे, पाई दी कीमत बटियां विच है ही प्राकृतिक नहीं है। माइनस नहीं, मिश्रित भिन्न नहीं, वर्गमूल नहीं, घटाओ दा चिन्ह नहीं, वर्गमूल 2 ये भी प्राकृतिक नहीं है। प्राकृतिक संख्यावां केवल 2 आईयां 2 एंड 51। नैक्सट है पूर्ण संख्यावां। पूर्ण संख्यावां प्राकृतिक संख्यावां ही हुंदियां हन। फिर फर्क की है? प्राकृतिक संख्यावां शुरू हुंदियां हन 1 तो, 1 2 3 4 5 एंड सो ऑन। पूर्ण संख्यावां 0 तो शुरू हुंदियां हन। इस दे नाल प्राकृतिक दे नाल 0 भी लग जांदा है। मीनस ਸਾਡੇ ਕੋਲ ਪ੍ਰਾਕਿਰਤਿਕ ਸੰਖਿਆਵਾਂ ਅਸੀਂ ਉਵੇਂ ਲਿਖ ਲਿਆ, ਇਹ ਦੋਵੇਂ ਪੂਰਨ ਵੀ ਹਨ ਅਤੇ 0 0 ਵੀ ਪੂਰਨ ਸੰਖਿਆ ਹੈ। ਨੈਕਸਟ ਹੈ ਸੰਪੂਰਨ ਸੰਖਿਆਵਾਂ। ਸੰਪੂਰਨ ਦੇ ਵਿੱਚ ਪੂਰਨ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਕਿ 0 ਤੋਂ ਸ਼ੁਰੂ ਹੋਈਆਂ ਸਨ ਇਸ ਤਰ੍ਹਾਂ, ਅਤੇ ਪੂਰਨ ਪਲੱਸ ऋणात्मक ਮਾਈਨਸ ਵਾਲੀਆਂ ਸੰਖਿਆਵਾਂ, ਨੈਗੇਟਿਵ ਸੰਖਿਆਵਾਂ ਵੀ ਸੰਪੂਰਨ ਸੰਖਿਆਵਾਂ ਦੇ ਵਿੱਚ ਆਉਣਗੀਆਂ। ਭਾਵ ਕਿ ਸੰਖਿਆ ਰੇਖਾ ਸੀ ਜਿਸ ਦੇ ਸੈਂਟਰ ਵਿੱਚ 0 ਸੀ ਤੇ ਸੱਜੇ ਪਾਸੇ ਵੱਲ ਸੰਖਿਆਵਾਂ ਵੱਧਦੀਆਂ ਹਨ, ਪਲੱਸ ਵਾਲੀਆਂ ਹੁੰਦੀਆਂ ਹਨ ਧਨਾਤਮਕ, ਅਤੇ ਖੱਬੇ ਪਾਸੇ ਵੱਲ ਘਟਦੀਆਂ ਹਨ ਸੰਖਿਆਵਾਂ ऋणात्मक ਹੁੰਦੀਆਂ ਹਨ। ਇਹ ਸਾਰੀਆਂ ਸੰਖਿਆਵਾਂ ਜਿਹੜੀਆਂ ਸੰਖਿਆ ਰੇਖਾ ਉੱਤੇ ਹੁੰਦੀਆਂ ਹਨ ਸੰਪੂਰਨ ਸੰਖਿਆਵਾਂ ਹਨ। ਇਹਦਾ ਮਤਲਬ ਪੂਰਨ ਸੰਖਿਆਵਾਂ ਅਸੀਂ ਫਿਰ ਸਾਰੀਆਂ ਲਿਖ ਲਈਆਂ ਅਤੇ ਰਹਿ ਗਈਆਂ ਬਾਕੀ ऋणात्मक -273 ਅਤੇ ਹੋਰ ਕੋਈ ਘਟਾਓ ਵਾਲੀ ਸੰਖਿਆ। ਇਹ ਭਿੰਨ ਹੈ -47/73 ਭਿੰਨ ਹੈ, ਇਹ ਨਹੀਂ ਆਏਗੀ। -100 ਇਹ ਸਾਡੇ ਕੋਲ ਸੰਪੂਰਨ ਸੰਖਿਆ ਹੈ। ਨੈਕਸਟ ਹੈ ਪਰਿਮੇਯ ਸੰਖਿਆਵਾਂ, ਜਿਹੜਾ ਕਿ ਸਾਡਾ ਟੌਪਿਕ ਹੈ। ਪਰਿਮੇਯ ਸੰਖਿਆਵਾਂ ਦੇ ਵਿੱਚ ਸਾਰੀਆਂ ਸੰਪੂਰਨ ਸੰਖਿਆਵਾਂ 2 51 0 -273 -100 ਅਸੀਂ ਪਰਿਮੇਯ ਸੰਖਿਆਵਾਂ ਬਾਰੇ ਪਿਛਲੇ ਵੀਡੀਓ ਵਿੱਚ ਜਾਣਕਾਰੀ ਹਾਸਿਲ ਕੀਤੀ ਸੀ। ਪਰਿਮੇਯ ਸੰਖਿਆਵਾਂ ਵਿੱਚ ਸਾਰੀਆਂ ਸੰਪੂਰਨ ਸੰਖਿਆਵਾਂ ਪਲੱਸ ਭਿੰਨਾਂ ਬਟਿਆਂ ਵਾਲੀਆਂ ਸੰਖਿਆਵਾਂ ਆਉਂਦੀਆਂ ਹਨ, ਜਿਵੇਂ ਕਿ 31/40 ਹੋਰ -47/73। ਇਹ ਦੋਵੇਂ ਵੀ ਮਿਸ਼ਰਿਤ ਭਿੰਨ ਵੀ ਆਏਗੀ 2 ਸਹੀ 1/3, ਮਤਲਬ ਸੰਪੂਰਨ ਪਲੱਸ ਭਿੰਨਾਂ। ਇਹ ਸਾਡੇ ਕੋਲ ਪਰਿਮੇਯ ਸੰਖਿਆਵਾਂ ਦਾ ਗਰੁੱਪ ਹੈ। ਨੈਕਸਟ ਹੈ ਅਪਰਿਮੇਯ ਸੰਖਿਆਵਾਂ। ਹੁਣ ਜਿਹੜੀਆਂ ਸੰਖਿਆਵਾਂ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਕੈਟੇਗਰੀ ਵਿੱਚ ਨਹੀਂ ਆਈਆਂ ਅਪਰਿਮੇਯ ਸੰਖਿਆਵਾਂ ਹਨ, ਜਿਵੇਂ ਕਿ ਵਰਗਮੂਲ 15, ਫਿਰ ਹੈ ਵਰਗਮੂਲ 3, ਵਰਗਮੂਲ 2 ਅਤੇ ਪਾਈ ਦੀ ਕੀਮਤ। ਪਾਈ ਦੀ ਕੀਮਤ ਵੀ ਅਪਰਿਮੇਯ ਹੈ। ਇਹਨਾਂ ਬਾਰੇ ਅਸੀਂ ਅਗਲੇ ਵੀਡੀਓ ਵਿੱਚ ਫਿਰ ਦੁਬਾਰਾ ਦੇਖਾਂਗੇ। ਹੁਣ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ। ਠੀਕ ਜਾਂ ਗਲਤ ਦਾ ਚਿੰਨ੍ਹ ਲਗਾਓ। ਇਸ ਪ੍ਰਸ਼ਨ ਨੂੰ ਹੱਲ ਕਰਨ ਤੋਂ ਪਹਿਲਾਂ ਇਸ ਦਾ ਸਕਰੀਨਸ਼ਾਟ ਲੈ ਲਓ ਅਤੇ ਉੱਤਰ ਨੂੰ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਆਓ ਹੁਣ ਅਸੀਂ ਇਸ ਦੇ
ਆਨਸਰਸ ਡਿਸਕਸ ਕਰਦੇ ਹਾਂ। ਇਸ ਪ੍ਰਸ਼ਨ ਵਿੱਚ ਸਾਨੂੰ ਪੁੱਛਿਆ ਗਿਆ ਹੈ ਕਿ ਠੀਕ ਜਾਂ ਗਲਤ ਦਾ ਚਿੰਨ੍ਹ ਲਗਾਓ। ਸਾਡੇ ਕੋਲ 4 ਕੁਐਸਚਨਸ ਹਨ, ਆਓ ਦੇਖੀਏ। ਪਹਿਲਾ, ਹਰੇਕ ਪੂਰਨ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ। ਪੂਰਨ ਸੰਖਿਆਵਾਂ ਅਸੀਂ ਹੁਣੇ ਦੇਖਿਆ 0 1 2 3 4 ਐਂਡ ਸੋ ਔਨ, ਇਹ ਸਾਰੀਆਂ ਪੂਰਨ ਸੰਖਿਆਵਾਂ ਹਨ। ਤੇ ਪ੍ਰਾਕ੍ਰਿਤਿਕ ਸੰਖਿਆਵਾਂ ਸਨ 1 2 3 4, ਜਿਹੜੀ ਅਸੀਂ ਕੁਦਰਤੀ ਤੌਰ ਤੇ ਪ੍ਰਾਕ੍ਰਿਤਿਕ ਤੌਰ ਤੇ ਗਿਣਤੀ ਕਰਦੇ ਹਾਂ। ਪ੍ਰਾਕ੍ਰਿਤਿਕ ਸੰਖਿਆਵਾਂ, ਹਰੇਕ ਪੂਰਨ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਹੈ। ਇੱਥੋਂ 1 2 3 4 ਤਾਂ ਪੂਰਨ ਸੰਖਿਆ ਪ੍ਰਾਕ੍ਰਿਤਿਕ ਸੰਖਿਆਵਾਂ ਵੀ ਹਨ, ਲੇਕਿਨ 0 ਪੂਰਨਤਾ ਹੈ, ਪ੍ਰਾਕ੍ਰਿਤਿਕ ਨਹੀਂ ਹੈ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਹੈ ਗਲਤ। ਹਰੇਕ ਪੂਰਨ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ। ਨੈਕਸਟ, ਸਾਰੀਆਂ ਸੰਪੂਰਨ ਸੰਖਿਆਵਾਂ ਪਰਿਮੇਯ ਹਨ। ਸੰਪੂਰਨ ਸੰਖਿਆਵਾਂ ਭਾਵ ਕਿ ਸੰਖਿਆ ਰੇਖਾ ਵਾਲੀਆਂ ਸੰਖਿਆਵਾਂ। ਇਹਦੇ ਵਿੱਚ ਮਾਈਨਸ ਵਾਲੀਆਂ ਸੰਖਿਆਵਾਂ ਵੀ ਆ ਜਾਂਦੀਆਂ ਹਨ, 0 ਵੀ ਹੈ ਅਤੇ ਧਨਾਤਮਕ ਸੰਖਿਆਵਾਂ ਵੀ। ਕੀ ਇਹ ਸਾਰੀਆਂ ਪਰਿਮੇਯ ਹਨ? ਹਾਂ, ਕਿਉਂਕਿ ਅਸੀਂ ਇਹਨਾਂ ਨੂੰ ਬਟਾ 1 ਦੇ ਰੂਪ ਵਿੱਚ ਆਰਾਮ ਨਾਲ ਲਿਖ ਸਕਦੇ ਹਾਂ, ਇਸ ਲਈ ਇਸ ਦਾ ਉੱਤਰ ਸਹੀ ਹੈ। ਨੈਕਸਟ ਹੈ 0 ਇੱਕ ਪਰਿਮੇਯ ਸੰਖਿਆ ਹੈ। 0 ਅਸੀਂ ਹੁਣੇ ਦੇਖਿਆ, 0 ਦੇ ਹੇਠਾਂ ਅਸੀਂ ਹਰ 1 ਲਗਾ ਸਕਦੇ ਹਾਂ। ਇਸ ਨੂੰ P ਬਟਾ Q ਦੇ ਰੂਪ ਵਿੱਚ ਲਿਖ ਲਿਆ ਹੈ, ਇਸ ਲਈ ਇਸ ਦਾ ਉੱਤਰ ਵੀ ਸਹੀ ਹੈ। ਨੈਕਸਟ ਹੈ ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਦਾ ਵਰਗਮੂਲ ਅਪਰਿਮੇਯ ਹੈ। ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ, ਧਨਾਤਮਕ ਮਤਲਬ ਜਿਹੜੀਆਂ ਸੰਖਿਆ ਰੇਖਾ ਦੇ 0 ਦੇ ਸੱਜੇ ਪਾਸੇ ਹੁੰਦੀਆਂ ਹਨ, 5 9 11 ਆਦਿ, ਇਹ ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਹਨ। ਇਹਨਾਂ ਦਾ ਵਰਗਮੂਲ 5 ਵਰਗਮੂਲ 9 ਵਰਗਮੂਲ 11। ਵਰਗਮੂਲ 5 ਅਪਰਿਮੇਯ ਹੈ, ਅਸੀਂ ਪਿਛਲੇ ਪ੍ਰਸ਼ਨ ਵਿੱਚ ਦੇਖਿਆ ਸੀ। ਵਰਗਮੂਲ 9 ਦੀ ਕੀਮਤ ਜਾਂ ਤਾਂ ਹੋਏਗੀ 3 ਜਾਂ ਹੋਏਗੀ -3। ਇਹ ਦੋਵੇਂ ਸੰਪੂਰਨ ਹਨ, ਇਸ ਲਈ ਪਰਿਮੇਯ ਹਨ। 3 ਬਟਾ 1 -3 ਬਟਾ 1। ਵਰਗਮੂਲ 11 ਅਪਰਿਮੇਯ, ਵਰਗਮੂਲ 5 ਅਪਰਿਮੇਯ, ਵਰਗਮੂਲ 11 ਅਪਰਿਮੇਯ, ਲੇਕਿਨ ਵਰਗਮੂਲ 9 ਪਰਿਮੇਯ ਸੰਖਿਆ ਹੈ। ਇਸ ਲਈ ਧਨਾਤਮਕ ਸੰਪੂਰਨ ਸੰਖਿਆਵਾਂ ਸਾਰੀਆਂ ਦਾ ਵਰਗਮੂਲ ਅਪਰਿਮੇਯ ਨਹੀਂ ਹੁੰਦਾ। ਉਹਨਾਂ ਵਿੱਚੋਂ ਕੁਝ ਸੰਖਿਆਵਾਂ ਹਨ ਜਿਹੜੀਆਂ ਪਰਿਮੇਯ ਵਰਗਮੂਲ ਦਿੰਦੀਆਂ ਹਨ, ਇਸ ਲਈ ਇਸ ਦਾ ਉੱਤਰ ਵੀ ਗਲਤ ਹੈ। ਇਸ ਤਰੀਕੇ ਨਾਲ ਅਸੀਂ ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਦਾ ਫਰਕ ਦੇਖ ਸਕਦੇ ਹਾਂ। ਅਗਲੀ ਗੱਲ ਹੈ, 2 ਪਰਿਮੇਯ ਸੰਖਿਆਵਾਂ A ਅਤੇ B ਦੇ ਵਿਚਕਾਰ ਅਨੰਤ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ। ਭਾਵ ਜੇ ਕੋਈ 2 ਅੰਕ ਦਿੱਤੇ ਹਨ, ਮੰਨ ਲਓ 0 ਅਤੇ 10, ਮੰਨ ਲਓ ਇਹ ਪਰਿਮੇਯ ਸੰਖਿਆਵਾਂ ਹਨ। ਇਹਨਾਂ ਦੇ ਵਿਚਕਾਰ 5 ਵੀ ਹੈ, 7 ਵੀ ਹੈ, 3 ਵੀ ਹੈ, 1 2, ਜਾਂ ਫਿਰ ਬਟਿਆਂ ਵਾਲੀਆਂ ਸੰਖਿਆ 1 ਬਟਾ 2। ਇਸ ਤਰ੍ਹਾਂ ਅਸੀਂ 2 ਪਰਿਮੇਯ ਸੰਖਿਆਵਾਂ ਦੇ ਵਿਚਕਾਰ ਇਨਫਾਈਨਾਈਟ ਨੰਬਰ, ਅਨੰਤ ਸੰਖਿਆਵਾਂ, ਪਰਿਮੇਯ ਸੰਖਿਆਵਾਂ ਪਤਾ ਕਰ ਸਕਦੇ ਹਾਂ, ਜਿਹੜਾ ਕਿ ਸਾਡਾ ਅਗਲਾ ਟੌਪਿਕ ਹੋਵੇਗਾ। ਅੱਜ ਦੇ ਲਈ ਸਾਥੀਓ ਬਸ ਇੰਨਾ ਹੀ। ਤੁਸੀਂ ਆਪਣੀ ਕੋਰਸ ਬੁੱਕ ਵਿੱਚੋਂ ਇਸ ਤਰ੍ਹਾਂ ਦੇ ਹੋਰ ਟੌਪਿਕਸ ਦੇਖੋ। ਜਿਹੜੇ ਠੀਕ ਗਲਤ ਵਾਲੇ ਪ੍ਰਸ਼ਨ ਆਪਾਂ ਡਿਸਕਸ ਕੀਤੇ ਸਨ, ਕੀ ਤੁਹਾਡੇ ਉਹਨਾਂ ਦੇ ਉੱਤਰ ਸਹੀ ਹਨ? ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸੋ। ਅੱਜ ਦੇ ਲਈ ਇੰਨਾ ਹੀ। ਟੇਕ ਕੇਅਰ ਐਂਡ ਵਰਕ ਹਾਰਡ। ਬਾਏ ਬਾਏ।